हाँ जी, हाँ जी। $500 ਦਾ ਕੋਈ ਨਹੀਂ। ਉਹ ਬਸ ਐਕਸਪਾਇਰ ਹੋ ਗਿਆ, ਉਹ 5-10 ਕੁ ਦਿਨ ਵਾਸਤੇ ਸੀਗਾ। वॉल्यूम चेक करो राजे, ऑडियो एंड वीडियो सही आ रही है? 7000। हाँ जी, हाँ जी, हाँ जी। चेक करो राजे, ऑडियो एंड वीडियो। ਸਟਾਰਟ ਕਰਦੇ ਆਪਾਂ। MCQ ਨੇ ਜਿਹੜੇ ਆਪਣੇ ਪੈਂਡਿੰਗ ਰਹਿ ਗਏ ਸੀ ਉਹਨੂੰ ਸਟਾਰਟ ਕਰਦੇ ਆਪਾਂ। ਕੱਲ ਆਪਾਂ 30 ਤੱਕ ਕਰ ਲਏ ਸੀਗੇ। ਆਈ ਥਿੰਕ ਲਾਸਟ ਵਾਲਾ ਆ ਸੀਗਾ, ਹਾਊ ਮੈਨੀ ਸੈਸ਼ਨ ਆਫ ਦਾ ਕਨਸਟੀਟਿਊਂਟ ਅਸੈਂਬਲੀ। ਨੈਕਸਟ ਆਪਾਂ ਕਰਦੇ ਅੱਗੇ 31 ਨੇ ਆਪਣੇ ਕੋਲ, ਹਾਊ ਮਚ ਟਾਈਮ ਦਾ ਕਨਸਟੀਟਿਊਂਟ ਅਸੈਂਬਲੀ ਟੂ ਫਰੇਮ ਦਾ ਕਨਸਟੀਟਿਊਸ਼ਨ ਆਫ ਇੰਡੀਆ। ਮਤਲਬ ਕਿੰਨਾ ਟਾਈਮ ਲੱਗਿਆ ਸੀਗਾ ਸੰਵਿਧਾਨ ਨੂੰ ਬਣਾਉਣ ਲਈ। ਸੰਵਿਧਾਨ ਨੂੰ ਬਣਾਉਣ ਲਈ ਕਿੰਨਾ ਟਾਈਮ ਲੱਗਿਆ ਸੀਗਾ। ਆਨਸਰ ਦਾ ਵੇਖਾਂਗੇ ਕਿੰਨੇ ਸੀ। ਇੱਕੋ ਹੀ ਉਹ ਪੁੱਛਣਾ ਹੈ। ਹਾਂਜੀ, ਫਸਟ ਹੈ ਆਪਣੇ ਕੋਲ ਸੰਵਿਧਾਨ ਨੂੰ ਬਣਾਉਣ ਲਈ ਕਿੰਨਾ ਟਾਈਮ ਲੱਗਿਆ ਸੀ। ਮੋਸਟ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਆਪਣੇ ਕੋਲ ਪੁੱਛਿਆ ਹੀ ਜਾਂਦਾ ਹੈ। 2 ਸਾਲ 11 ਮਹੀਨੇ 18 ਦਿਨ। ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ, ਹੂ ਵਾਜ ਦਾ ਕਨਸਟੀਟਿਊਸ਼ਨ ਐਡਵਾਈਜ਼ਰ ਐਟ ਦਾ ਟਾਈਮ ਆਫ ਦਾ ਫਾਰਮੇਸ਼ਨ ਆਫ ਦਾ ਕਨਸਟੀਟਿਊਸ਼ਨ। ਜਦੋਂ ਸੰਵਿਧਾਨ ਬਣਿਆ ਸੀਗਾ ਉਸ ਟਾਈਮ ਜਿਹੜਾ ਐਡਵਾਈਜ਼ਰ ਕੌਣ ਸੀਗਾ। ਐਡਵਾਈਜ਼ਰ ਆਫ ਕਨਸਟੀਟਿਊਂਟ ਅਸੈਂਬਲੀ, ਕਨਸਟੀਟਿਊਸ਼ਨ, ਸੰਵਿਧਾਨ ਦਾ ਸਲਾਹਕਾਰ। ਹਾਂਜੀ ਰਾਜੇ, ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਵਾਲਾ ਵੀ। ਮੋਸਟ ਇੰਪੋਰਟੈਂਟ ਹੈ, ਸੰਵਿਧਾਨ ਦਾ ਐਡਵਾਈਜ਼ਰ ਕੌਣ ਸੀ, ਸਲਾਹਕਾਰ, ਜਦੋਂ ਸੰਵਿਧਾਨ ਬਣਿਆ ਸੀਗਾ। ਆਪਾਂ 2 ਪ੍ਰਸ਼ਨ ਕਰੇ ਸੀ। ਮੋਸਟ ਇੰਪੋਰਟੈਂਟ ਨੇ ਜਿਹੜਾ ਇੱਕ ਆਈਡੀਆ ਆਫ ਕਨਸਟੀਟਿਊਸ਼ਨ ਤੇ ਇੱਕ ਐਡਵਾਈਜ਼ਰ ਆਫ ਕਨਸਟੀਟਿਊਸ਼ਨ। ਨਾਮ ਸੇਮ ਨੇ, ਥੋੜਾ ਜਿਹਾ ਡਿਫਰੈਂਟ ਹੈ। ਇਹਦੇ 'ਚ ਦੇਖੋ ਜਿਹੜਾ ਐਡਵਾਈਜ਼ਰ ਸੀ ਉਹ ਕੌਣ ਸੀਗਾ, BN ਰਾਓ। ਐਡਵਾਈਜ਼ਰ ਆਫ ਕਨਸਟੀਟਿਊਸ਼ਨ BN ਰਾਓ, ਤੇ ਜਿਹੜਾ ਜਿਹਨੇ ਆਈਡੀਆ ਦਿੱਤਾ ਸੀਗਾ ਉਹ ਕੌਣ ਸੀਗਾ, MN ਰੋਏ। ਠੀਕ ਹੈ, MN ਰੋਏ ਨੇ ਆਈਡੀਆ ਦਿੱਤਾ ਸੀ। ਨੈਕਸਟ ਹੈ ਆਪਣੇ ਕੋਲ, ਦਾ ਫਸਟ ਡਰਾਫਟ ਆਫ ਦਾ ਕਨਸਟੀਟਿਊਸ਼ਨ ਵਾਜ਼ ਪ੍ਰਪੇਅਰਡ ਬਾਏ। ਜਿਹੜਾ ਪਹਿਲਾ ਡਰਾਫਟ ਸੀ ਕਿਹਦੇ ਦੁਆਰਾ ਪ੍ਰਪੇਅਰ ਕੀਤਾ ਗਿਆ ਸੀ। 33 ਫਸਟ ਡਰਾਫਟ ਵਾਜ਼ ਪ੍ਰਪੇਅਰਡ ਬਾਏ, ਤਿਆਰ ਕਿਹਦੇ ਦੁਆਰਾ ਕੀਤਾ ਗਿਆ ਸੀ। ਜਿਹੜਾ ਆਪਣਾ ਕਨਸਟੀਟਿਊਸ਼ਨ ਹੈ ਉਹ ਪ੍ਰਪੇਅਰ ਕਿਹਦੇ ਦੁਆਰਾ ਕਰਿਆ ਗਿਆ ਸੀ। ਹਾਂਜੀ, ਪ੍ਰਪੇਅਰਡ ਬਾਏ, ਪ੍ਰਪੇਅਰਡ ਕਰਿਆ ਗਿਆ ਸੀ ਆਪਣੇ ਕੋਲ। ਜਿਹੜਾ ਫਸਟ ਪ੍ਰਪੇਅਰਡ ਕਰਿਆ ਗਿਆ ਸੀ 33 ਦਾ ਜਿਹੜਾ ਆਨਸਰ ਹੈ ਉਹ ਕੀ ਹੈ, BN ਰਾਓ। ਠੀਕ ਹੈ, ਮਤਲਬ ਭਾਰਤ ਸੰਵਿਧਾਨ ਦਾ ਜਿਹੜਾ ਪਹਿਲਾ ਡਰਾਫਟ ਸੀਗਾ ਉਹਨੂੰ ਤਿਆਰ ਕਿਹਦੇ ਦੁਆਰਾ ਕੀਤਾ ਗਿਆ ਸੀ, ਤਿਆਰ BN ਰਾਓ ਦੁਆਰਾ ਕੀਤਾ ਗਿਆ ਸੀ। ਬਟ ਪੇਸ਼ ਕਿਹਦੇ ਦੁਆਰਾ ਕੀਤਾ ਗਿਆ ਸੀ, ਪੇਸ਼ ਜਿਹੜਾ ਭੀਮ ਰਾਓ ਅੰਬੇਦਕਰ ਦੁਆਰਾ ਕੀਤਾ ਗਿਆ ਸੀ। ਠੀਕ ਹੈ, 33 ਦਾ A ਨਹੀਂ ਹੋਏਗਾ, B ਹੋਏਗਾ। ਜਿਹੜਾ ਪੇਸ਼ ਕਰਿਆ ਸੀ, ਜਿਹਦੇ ਤੇ ਡਿਸਕਸ਼ਨ ਕਰਵਾਈ ਸੀ ਉਹ BR ਅੰਬੇਦਕਰ ਨੇ ਕਰਵਾਈ ਸੀ, ਤੇ ਜਿਹੜਾ ਪੇਸ਼ ਕਰਿਆ ਸੀ ਉਹ BN ਰਾਓ ਨੇ ਕਰਿਆ ਸੀਗਾ। ਠੀਕ ਹੈ। ਨੈਕਸਟ ਹੈ ਉਸ ਤੋਂ ਬਾਅਦ, ਵੈਨ ਵਾਜ ਦਾ ਥਰਡ ਰੀਡਿੰਗ ਆਫ ਇੰਡੀਅਨ ਕਨਸਟੀਟਿਊਸ਼ਨ ਅਸੈਂਬਲੀ। ਥਰਡ ਰੀਡਿੰਗ ਕਦੋਂ ਹੋਈ ਸੀਗੀ। ਥਰਡ ਰੀਡਿੰਗ ਆਫ ਇੰਡੀਅਨ ਕਨਸਟੀਟਿਊਸ਼ਨ ਅਸੈਂਬਲੀ ਕੱਲ ਵੀ ਆਪਾਂ ਕਰਿਆ ਇਹ ਵਾਲਾ, ਫਸਟ, ਸੈਕਿੰਡ ਐਂਡ ਥਰਡ। ਹਾਂਜੀ, ਥਰਡ ਰੀਡਿੰਗ ਆਫ ਦਾ ਕਨਸਟੀਟਿਊਸ਼ਨ ਅਸੈਂਬਲੀ, ਥਰਡ ਰੀਡਿੰਗ ਕਦੋਂ ਹੋਈ ਸੀਗੀ, 17 ਨਵੰਬਰ 1949 ਦੇ ਵਿੱਚ। 17 ਨਵੰਬਰ 1949, 17 ਨਵੰਬਰ 1949 ਦੇ ਵਿੱਚ ਕੀ ਸੀਗਾ, ਜਿਹੜੀ ਥਰਡ ਰੀਡਿੰਗ ਹੋਈ ਸੀ। ਠੀਕ ਹੈ, ਲਾਸਟ ਵਾਲੀ ਥਰਡ ਰੀਡਿੰਗ ਕਦੋਂ ਹੋਈ ਹੈ, 17 ਨਵੰਬਰ 1949। ਉਸ ਤੋਂ ਬਾਅਦ ਇਹ ਨੈਕਸਟ ਆਪਣੇ ਕੋਲ, ਦਾ ਕਨਸਟੀਟਿਊਸ਼ਨ ਆਫ ਇੰਡੀਆ ਵਾਜ਼ ਕੰਪਲੀਟਡ ਔਨ। ਜਿਹੜਾ ਸੰਵਿਧਾਨ ਹੈ ਆਪਣਾ ਕਦੋਂ ਕੰਪਲੀਟ ਹੋ ਗਿਆ ਸੀ। ਹਾਂਜੀ, ਮੋਸਟ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਆਉਂਦਾ ਹੀ ਹੁੰਦਾ ਕੁਐਸਚਨ।
ਜਾਂ ਲਾਗੂ ਕਦੋਂ ਕੀਤਾ ਗਿਆ ਤੇ ਜਾਂ ਕੰਪਲੀਟ ਕਦੋਂ ਹੋ ਗਿਆ ਸੀ। ਹਾਂਜੀ, ਇਹਦਾ ਆਨਸਰ ਕੀ ਹੋਏਗਾ 35 ਦਾ 35 35 ਦਾ ਆਨਸਰ ਕੀ ਹੈ? ਸੰਵਿਧਾਨ ਹੈ ਜਿਹੜਾ ਬਣ ਕੇ ਕਦੋਂ ਤਿਆਰ ਹੋ ਗਿਆ ਸੀ? ਬਣ ਕੇ ਕਦੋਂ ਤਿਆਰ ਹੋ ਗਿਆ ਸੀ? ਬਣ ਕੇ ਜਿਹੜਾ ਤਿਆਰ ਆਪਣੇ ਕੋਲ ਹੋ ਗਿਆ ਸੀ 26 ਨਵੰਬਰ 1949 ਨੂੰ। ਲਾਗੂ ਕਦੋਂ ਕੀਤਾ ਗਿਆ ਸੀ? 26 ਜਨਵਰੀ 1950 ਨੂੰ। ਠੀਕ ਹੈ। ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਦ ਕਨਸਟੀਟਿਊਸ਼ਨ ਆਫ ਇੰਡੀਆ ਕੇਮ ਇਨਟੂ ਫੋਰਸ। ਲਾਗੂ ਕਦੋਂ ਕੀਤਾ ਗਿਆ? 36 ਹੈ। ਲਾਗੂ ਕਦੋਂ ਕੀਤਾ ਗਿਆ? ਇਸ ਤੋਂ ਪਹਿਲਾਂ ਆਪਾਂ ਕਰਿਆ ਹੈ ਕਿ ਬਣ ਕੇ ਤਿਆਰ ਕਦੋਂ ਹੋ ਗਿਆ, ਤੇ ਹੁਣ ਆਪਣੇ ਕੋਲ ਲਾਗੂ ਕਦੋਂ ਕਰਿਆ ਗਿਆ। ਜਿਹਨੂੰ ਇਹ ਵਾਲਾ ਕੁਐਸਚਨ ਨਹੀਂ ਆਉਂਦਾ ਉਹਨੂੰ ਤਾਂ ਸਮਝੋ ਪੋਲਿਟੀ ਬਾਰੇ ਕੁਝ ਵੀ ਨਹੀਂ ਅਜੇ ਤੱਕ ਪਤਾ ਚੱਲਿਆ। ਦ ਕਨਸਟੀਟਿਊਸ਼ਨ ਆਫ ਇੰਡੀਆ ਕੇਮ ਇਨਟੂ ਫੋਰਸ ਔਨ। ਸੰਵਿਧਾਨ ਕਦੋਂ ਲਾਗੂ ਕੀਤਾ ਗਿਆ? 36 ਤੱਕ ਕੀ ਆਏਗਾ 1। 26 ਜਨਵਰੀ 1950। 26 ਜਨਵਰੀ 1950 ਨੂੰ ਜਿਹੜਾ ਸੰਵਿਧਾਨ ਲਾਗੂ ਕੀਤਾ ਗਿਆ। ਠੀਕ ਹੈ ਬਈ, ਸਾਰਿਆਂ ਦਾ ਹੀ ਠੀਕ ਹੈ ਆਨਸਰ। ਉਸ ਤੋਂ ਬਾਅਦ 37 ਮੈਂਸ਼ਨ the correct date of the last meeting of the constituent assembly of India। ਸੰਵਿਧਾਨ ਸਭਾ ਦੀ ਜਿਹੜੀ ਆਖਰੀ ਮੀਟਿੰਗ ਹੈ ਉਹ ਕਦੋਂ ਹੋਈ ਸੀਗੀ? ਸੰਵਿਧਾਨ ਸਭਾ ਦੀ ਲਾਸਟ ਮੀਟਿੰਗ, ਆਖਰੀ ਮੀਟਿੰਗ ਕਦੋਂ ਹੋਈ ਸੀਗੀ ਸੰਵਿਧਾਨ ਸਭਾ ਦੀ? ਹਾਂਜੀ 37 ਨੰਬਰ ਕੁਐਸਚਨ ਦੇਖੋ, ਸੰਵਿਧਾਨ ਸਭਾ ਦੀ ਲਾਸਟ ਮੀਟਿੰਗ, ਲਾਸਟ ਮੀਟਿੰਗ ਕਦੋਂ ਸੀਗਾ? 37 ਤੇ ਆ ਜਾਓ, 6 ਤੇ ਲਗੇ ਫਿਰਦੇ ਹੋ। ਜਿਹੜੀ ਲਾਸਟ ਮੀਟਿੰਗ ਹੈ ਉਹ ਕਦੋਂ ਹੋਈ ਸੀਗੀ? ਆਰਜੂ ਕੰਬੋਜ, ਇਹ ਗਲਤ ਹੈ। ਸਿਮਰਨ ਤਮੀਜਾ ਗਲਤ। 37 ਸੀ। 37 ਦਾ ਕੀ ਆਏਗਾ? ਸੀ। ਫਸਟ ਜਿਹੜਾ ਇਹ ਨਹੀਂ ਹੈਗਾ, 26 ਨਵੰਬਰ ਨਹੀਂ ਹੈਗਾ। ਜਿਹੜੀ ਲਾਸਟ ਮੀਟਿੰਗ ਹੈ ਉਹ ਹੋਈ ਸੀਗੀ 24 ਜਨਵਰੀ 1950 ਨੂੰ, ਜਿਹਦੇ ਵਿੱਚ ਪਰਮਾਨੈਂਟ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਡਾਕਟਰ ਰਜਿੰਦਰ ਪ੍ਰਸਾਦ ਨੂੰ। ਠੀਕ ਹੈ। ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਜਨਵਰੀ 26 ਵਾਸ ਸਿਲੈਕਟਡ ਐਜ਼ ਦਾ ਡੇਟ ਫਾਰ ਦਾ ਇਨੋਗੂਰੇਸ਼ਨ ਆਫ ਦਾ ਕਨਸਟੀਟਿਊਸ਼ਨ ਬਿਕਾਜ਼। ਮਤਲਬ ਕਿ ਇਹ ਜਿਹੜੀ 26 ਜਨਵਰੀ ਹੀ ਡੇਟ ਹੈ ਇਹ ਕਿਉਂ ਫਿਕਸ ਕੀਤੀ ਗਈ ਸੀ ਸੰਵਿਧਾਨ ਨੂੰ ਲਾਗੂ ਕਰਨ ਵਾਸਤੇ? ਇਹ ਆਪਾਂ ਦੱਸਣਾ ਹੈ। ਕੱਲ ਵੀ ਕੁਐਸਚਨ ਕਰਿਆ ਸੀਗਾ, ਸੰਵਿਧਾਨ ਨੂੰ ਲਾਗੂ ਕਰਨ ਲਈ 26 ਜਨਵਰੀ ਹੀ ਕਿਉਂ ਚੂਜ਼ ਕੀਤੀ ਗਈ ਸੀ? ਬਣ ਕੇ ਤਿਆਰ ਤਾਂ ਜਿਹੜਾ ਆਪਣੇ ਕੋਲ 26 ਨਵੰਬਰ ਨੂੰ ਹੀ ਹੋ ਗਿਆ ਸੀ, ਬਟ ਲਾਗੂ 26 ਜਨਵਰੀ ਨੂੰ ਕਰਿਆ ਗਿਆ। ਕਿਉਂ ਕਰਿਆ ਗਿਆ ਸੀ ਇਹ? ਫਸਟ ਹੈ ਆਪਣੇ ਕੋਲ ਦਾ ਕਾਂਗਰਸ ਹੈਡ ਓਬਜ਼ਰਵਡ ਇਟ ਐਜ਼ ਇੰਡੀਪੈਂਡੈਂਟ ਡੇ in 1930। on that day the quit india movement was started in 1942। it was considered to be auspicious day। none of these। ਹਾਂਜੀ 38 ਦਾ ਕੀ ਹੋਏਗਾ? ਮਨਪ੍ਰੀਤ। 38 A ਵਿਸ਼ਾਖਾ ਰਾਣੀ। 1 ਮਨੂ ਕੰਬੋਜ। A ਸਰੀਨਾ ਥਿੰਦ। A ਠੀਕ ਹੈ ਰਾਜੇ, ਫਸਟ ਹੀ ਆਏਗਾ। ਕੀ ਹੈ ਜਿਹੜਾ ਆਪਣੇ ਕੋਲ ਕੀ ਹੈ 30 ਮਤਲਬ ਜਿਹੜਾ 26 ਜਨਵਰੀ ਕਿਉਂ ਚੂਜ਼ ਕੀਤਾ ਗਿਆ ਸੀ? ਆਪਣੇ ਕੋਲ ਕੀ ਸੀਗਾ 31 ਦਸੰਬਰ 1929 ਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਸੀ ਕਿ ਜਿਹੜਾ 26 ਜਨਵਰੀ ਨੂੰ ਹੈ 26 ਜਨਵਰੀ 1930 ਨੂੰ ਮਤਲਬ ਕਿ ਇਹ ਪੂਰਨ ਸਵਰਾਜ ਡੇ ਸੈਲੀਬ੍ਰੇਟ ਕਰਿਆ ਜਾਏਗਾ, ਇੰਡੀਪੈਂਡੈਂਟ ਡੇ ਸੈਲੀਬ੍ਰੇਟ ਕਰਿਆ ਜਾਏਗਾ। ਠੀਕ ਹੈ। ਮਤਲਬ ਫਸਟ ਇੰਡੀਪੈਂਡੈਂਟ ਡੇ ਕਦੋਂ ਸੈਲੀਬ੍ਰੇਟ ਕਰਿਆ ਗਿਆ ਸੀ? 26 ਜਨਵਰੀ 1930 ਦੇ ਵਿੱਚ। ਉਸ ਤੋਂ ਬਾਅਦ ਆਪਣੇ ਕੋਲ ਨੈਕਸਟ ਦਾ ਕਨਸਟੀਟਿਊਸ਼ਨ ਆਫ ਇੰਡੀਆ ਵਾਜ਼ ਇਨੈਕਟਡ ਔਨ 26 ਨਵੰਬਰ 1949 ਬਾय ਦਾ। भारतीय संविधान का 26 नवंबर 1949 को किसके द्वारा अधिनियमित किया गया था? हाँ जी, किंदे द्वारा इनू मतलब लागू किया गया सी, मतलब बना के तैयार किंदे द्वारा पेश किया गया सी? हाँ जी, आरजू कंबोज पूर्ण स्वराज बाय पंडित जवाहरलाल नेहरू। ठीक है राजे। नैक्सट है 39 नंबर क्वेश्चन दसो कि किंदे द्वारा जिहड़ा इनैक्टेड किया गया सी संविधान 26 नवंबर 1949 ਨੂੰ। 39 नंबर
ਕੱਲ ਵੀ ਕਰਿਆ ਆਪਾਂ ਇਹ ਵਾਲਾ। ਬਸ ਉਦੋਂ ਹੀ ਕਰ ਰਹੀ ਸੀ ਬਸ। ਲਖਵਿੰਦਰ 1, ਅਮਨਦੀਪ ਕੌਰ A, ਅਰਜੂ ਕੰਬੋਜ A, ਅਰਸ਼ਦੀਪ ਸਿੰਘ ਸੰਧੂ 1, ਸ਼ਿਲਪਾ ਕੰਬੋਜ A। 39 ਦਾ ਕੀ ਆਏਗਾ 1। ਕਨਸਟੀਟਿਊਂਟ ਅਸੈਂਬਲੀ ਸੰਵਿਧਾਨ ਸਭਾ ਦੁਆਰਾ ਹੀ ਕੀ ਹੈ ਇਹਨੂੰ ਇਨੈਕਟਡ ਕੀਤਾ ਹੋਇਆ ਸੀ। ਠੀਕ ਹੈ। ਨੈਕਸਟ ਹੈ ਆਪਣੇ ਕੋਲ ਹਾਊ ਮੈਨੀ ਵੂਮੈਨ ਮੈਂਬਰ ਵਰ ਦੇਅਰ ਇਨ ਦਾ ਇੰਡੀਅਨ ਕਨਸਟੀਟਿਊਂਟ ਅਸੈਂਬਲੀ। ਸੰਵਿਧਾਨ ਸਭਾ ਦੇ ਵਿੱਚ ਕਿੰਨੀਆਂ ਵੂਮੈਨ ਸੀਗੀਆਂ 45। ਸੰਵਿਧਾਨ ਸਭਾ ਦੇ ਵਿੱਚ ਥੋੜਾ ਜਿਹਾ ਅੱਗੇ ਪਿੱਛੇ ਹੋ ਗਿਆ ਕੁਐਸਚਨ ਨੇ ਜਿਹੜੇ ਸੀਕੁਐਂਸ। 45 ਦੇ ਜਿਹੜਾ ਵੂਮੈਨ ਮੈਂਬਰ ਕਿੰਨੇ ਸੀਗੇ ਸੰਵਿਧਾਨ ਸਭਾ ਦੇ ਵਿੱਚ 45। ਅੱਗੇ ਆ ਜਾਓ 39 ਹੋ ਗਿਆ ਹੁਣ। ਵੂਮੈਨ ਮੈਂਬਰ ਕਿੰਨੇ ਸੀਗੇ ਸੰਵਿਧਾਨ ਸਭਾ ਦੇ ਵਿੱਚ 45 ਦਾ A, 15 ਪ੍ਰਵੀਨ ਕੌਰ A, ਅਰਸ਼ਦੀਪ ਸਿੰਘ ਸੰਧੂ 1। ਠੀਕ ਹੈ ਰਾਜੇ, ਜਿਹੜੇ ਆਪਣੇ ਕੋਲ ਵੂਮੈਨ ਮੈਂਬਰ ਸੀਗੀਆਂ ਉਹ ਕਿੰਨੀਆਂ ਸੀਗੀਆਂ ਉਸ ਟਾਈਮ 15 ਸੀਗੀਆਂ। ਠੀਕ ਹੈ 15। ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ B.R. ਅੰਬੇਦਕਰ ਵਾਜ਼ ਇਲੈਕਟਡ ਟੂ ਦਾ ਕਨਸਟੀਟਿਊਂਟ ਅਸੈਂਬਲੀ ਫਰੋਮ। ਜਿਹੜਾ भीम राव अंबेडकर साहब है उन संविधान सभा में निर्वाचन हुआ था। हाँ जी, किंदे द्वारा मतलब किन्ना द्वारा इलैक्ट किया गया सी B.R. अंबेडकर नूं। B.R. अंबेडकर वाज इलैक्टेड टू द कॉन्स्टिट्यूट असैंबली फ्रॉम। हाँ जी, डॉक्टर भीमराव अंबेडकर नूं कित्थों इलैक्ट किया गया सी, किहड़ी है वो प्रेजिडेंसी सीगी 40। अर्शदीप सिंह संधू 1, गलत है वेस्ट बंगाल। 40 नंबर क्वेश्चन। 40 दा A शिल्पा कंबोज, गुरु नस्क, अर्शदीप। 40 दा राजे A गलत है, वेस्ट बंगाल दी है जिहड़ी वो प्रेजिडेंसी सी वो बंबे प्रेजिडेंसी तो। ठीक है, कॉन्स्टिट्यूंट असैंबली फ्रॉम बंबे प्रेजिडेंसी। बी आएगा आंसर बी। उस तो बाद नेक्स्ट है वो अमंग द फॉलोइंग वाज द चेयरमैन ऑफ द यूनियन कॉन्स्टिट्यूशन कमेटी ऑफ द कॉन्स्टिट्यूंट असैंबली। जेडे यूनियन कॉन्स्टिट्यूशन कमेटी सीगे उनका चेयरमैन कौन सीगा? यूनियन कॉन्स्टिट्यूशन कमेटी का चेयरमैन कौन सीगा? ਆਪਾਂ ਕਰਿਆ ਸੀਗਾ ਜਿਹੜੀ ਵੀ ਯੂਨੀਅਨ ਵਾਲੀ ਕਮੇਟੀ ਹੋਏਗੀ ਉਹਦਾ ਚੇਅਰਮੈਨ ਕੌਣ ਹੋਏਗਾ? ਉਹਦਾ ਚੇਅਰਮੈਨ ਹੋਏਗਾ ਜਵਾਹਰ ਲਾਲ ਨਹਿਰੂ। ਪੰਡਿਤ ਜਵਾਹਰ ਲਾਲ ਨਹਿਰੂ ਵੇ ਚੇਅਰਮੈਨ ਹੋਏਗਾ। ਠੀਕ ਹੈ। ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਵੂ ਵਾਜ ਦਾ ਚੇਅਰਮੈਨ ਆਫ ਦਾ ਪ੍ਰੋਵਿੰਸ਼ੀਅਲ ਕਨਸਟੀਟਿਊਸ਼ਨ ਕਮੇਟੀ। ਜਿਹੜੀ ਆਪਣੇ ਕੋਲ ਪ੍ਰੋਵਿੰਸ਼ੀਅਲ ਕਨਸਟੀਟਿਊਸ਼ਨ ਕਮੇਟੀ ਸੀਗੀ ਇਹਦਾ ਚੇਅਰਮੈਨ ਕੌਣ ਸੀਗਾ? ਪ੍ਰੋਵਿੰਸ਼ੀਅਲ ਕਨਸਟੀਟਿਊਸ਼ਨ कमेटी 47। प्रांतीय संविधान समिति का अध्यक्ष कौन सी? प्रांतीय संविधान समिति 47। प्रोविंशियल कॉन्स्टिट्यूशन कमेटी अर्शदीप सिंह संधू सी 40। मनु कंबोज 47 डी, बलजीत 47 डी, किरण सामा 47 डी। राजे ध्यान नाल देखो प्रोविंशियल लिखा है, प्रोविंशियल कॉन्स्टिट्यूशन कमेटी। हाँ जी 47 का की आएगा? सरदार वल्लभ भाई पटेल। ठीक है, सरदार वल्लभ भाई पटेल। प्रोविंशियल कॉन्स्टिट्यूशन कमेटी का कौन सीगा चेयरमैन? सरदार वल्लभ भाई पटेल। उस तो बाद आ जाता अपने को 48 नंबर का चेयरमैन ऑफ द ड्राफ्टिंग कमेटी ऑफ इंडियन कॉन्स्टिट्यूशन कमेटी। मोस्ट इंपोर्टेंट है ड्राफ्टिंग कमेटी। ETT कैडर दे विच पूछा गया सी ये वाला क्वेश्चन। जिन्हों ये वाला क्वेश्चन नहीं आता उन्होंने तो समझो कुछ भी नहीं पता। 48 का 48 ड्राफ्टिंग कमेटी का चेयरमैन कौन सीगा? ड्राफ्टिंग कमेटी ਜਿਹੜਾ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਸੀਗਾ ਉਹਨੂੰ ਆਪਾਂ ਕੀ ਬੋਲਦੇ ਆ? ਉਹਨੂੰ ਬੋਲਿਆ ਜਾਂਦਾ ਹੈ ਫਾਦਰ ਆਫ ਕਨਸਟੀਟਿਊਸ਼ਨ ਅਸੈਂਬਲੀ। ਫਾਦਰ ਆਫ ਕਨਸਟੀਟਿਊਸ਼ਨ ਅਸੈਂਬਲੀ ਸੰਵਿਧਾਨ ਸਭਾ ਦਾ ਪਿਤਾਮਾ।
ਇਹਨੂੰ ਹੋਰ ਵੀ ਨਾਮ ਦਿੱਤਾ ਜਾਂਦਾ ਹੈ ਮੀਰ ਮਨੂ ਦਾ, ਠੀਕ ਹੈ। ਮੀਰ ਮਨੂ ਦਾ ਵੀ ਨਾਮ ਦਿੱਤਾ ਜਾਂਦਾ। ਜਿਹੜੀ ਡਰਾਫਟਿੰਗ ਕਮੇਟੀ ਸੀ ਇਹ ਕਦੋਂ ਬਣੀ ਸੀਗੀ? 29 ਅਗਸਤ 1947 ਨੂੰ ਬਣੀ ਸੀਗੀ। ਇਹਦੇ ਵਿੱਚ ਮੈਂਬਰ ਕਿੰਨੇ ਸੀਗੇ? 7 ਮੈਂਬਰ ਸੀਗੇ, ਠੀਕ ਹੈ। ਇਹਦਾ ਚੇਅਰਮੈਨ ਕੌਣ ਸੀਗਾ? ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ। ਉਸ ਤੋਂ ਬਾਅਦ ਨੈਕਸਟ ਹੈ ਹੂ ਵਾਜ ਦਾ ਚੇਅਰਮੈਨ ਆਫ ਨੈਸ਼ਨਲ ਫਲੈਗ ਕਮੇਟੀ। ਨੈਸ਼ਨਲ ਫਲੈਗ ਕਮੇਟੀ ਦਾ ਚੇਅਰਮੈਨ ਕੌਣ ਸੀਗਾ? ਨੈਸ਼ਨਲ ਫਲੈਗ ਕਮੇਟੀ, ਜਿਹੜਾ ਆਪਣਾ ਰਾਸ਼ਟਰੀ ਝੰਡਾ ਹੈ ਉਹਦਾ ਚੇਅਰਮੈਨ ਕੌਣ ਸੀਗਾ? ਇਹ ਕਰਵਾਇਆ ਨਹੀਂ ਹੋਇਆ, ਇਹ ਮਾਈਨਰ ਕਮੇਟੀ ਦੇ ਵਿੱਚ ਆ ਜਾਂਦਾ ਬਟ ਹੈ ਇੰਪੋਰਟੈਂਟ। 49 ਕੀ ਆਏਗਾ ਆਪਣੇ ਕੋਲ? 49 ਚੇਅਰਮੈਨ ਆਫ ਨੈਸ਼ਨਲ ਫਲੈਗ, ਇਹਦਾ ਚੇਅਰਮੈਨ ਕੌਣ ਸੀਗਾ? ਡਾਕਟਰ ਰਜਿੰਦਰ ਪ੍ਰਸਾਦ। ਇਹਦਾ ਚੇਅਰਮੈਨ ਸੀਗਾ ਡਾਕਟਰ ਰਜਿੰਦਰ ਪ੍ਰਸਾਦ। 49 ਦਾ ਸੈਕਿੰਡ ਡਾਕਟਰ ਰਜਿੰਦਰ ਪ੍ਰਸਾਦ। ਉਸ ਤੋਂ ਬਾਅਦ ਹੈ ਆਪਣੇ ਕੋਲ ਨੈਕਸਟ ਹੂ ਅਮੰਗਸਟ ਦਾ ਫੋਲੋਇੰਗ ਵਾਸ ਨਾਟ ਏ ਮੈਂਬਰ ਆਫ ਦਾ ਡਰਾਫਟਿੰਗ ਕਮੇਟੀ ਆਫ ਦਾ ਕਨਸਟੀਟਿਊਸ਼ਨ। ਇਹਨਾਂ ਵਿੱਚੋਂ ਕਿਹੜਾ ਹੈ ਡਰਾਫਟਿੰਗ ਕਮੇਟੀ ਦਾ ਮੈਂਬਰ ਨਹੀਂ ਸੀਗਾ? ਡਰਾਫਟਿੰਗ ਕਮੇਟੀ ਦਾ ਮੈਂਬਰ ਕਿਹੜਾ ਨਹੀਂ ਸੀਗਾ? 50 ਦੇ ਵਿੱਚ ਆਪਾਂ ਦੱਸਣਾ ਹੈ 7 ਮੈਂਬਰ ਸੀਗੇ ਆਪਣੇ ਕੋਲ ਡਰਾਫਟਿੰਗ ਕਮੇਟੀ ਦੇ, ਤੇ ਆਪਾਂ ਦੱਸਣਾ ਹੈ ਇਹਨਾਂ ਵਿੱਚੋਂ ਕਿਹੜਾ ਮੈਂਬਰ ਨਹੀਂ ਸੀ ਡਰਾਫਟਿੰਗ ਕਮੇਟੀ ਦਾ। ਕਰਿਆ ਹੋਇਆ ਆਪਾਂ ਕਿ ਡਰਾਫਟਿੰਗ ਕਮੇਟੀ ਦੇ ਕਿਹੜੇ ਕਿਹੜੇ ਮੈਂਬਰ ਸੀਗੇ। ਹਾਂਜੀ, ਡਰਾਫਟਿੰਗ ਕਮੇਟੀ ਦਾ ਡਰਾਫਟਿੰਗ ਕਮੇਟੀ ਦਾ ਮੈਂਬਰ ਕਿਹੜਾ ਨਹੀਂ ਸੀਗਾ ਇਹਨਾਂ ਵਿੱਚੋਂ? ਡਰਾਫਟਿੰਗ ਕਮੇਟੀ ਦਾ ਮੈਂਬਰ ਕਿਹੜਾ ਨਹੀਂ ਸੀਗਾ? ਪੰਡਿਤ ਜਵਾਹਰ ਲਾਲ ਨਹਿਰੂ, ਠੀਕ ਹੈ। ਇਹ ਵਾਲਾ ਜਿਹੜਾ ਪਰਸਨ ਹੈ ਡਰਾਫਟਿੰਗ ਕਮੇਟੀ ਦਾ ਮੈਂਬਰ ਨਹੀਂ ਸੀਗਾ। ਨੈਕਸਟ ਆ ਜਾਂਦਾ ਆਪਣੇ ਕੋਲ ਦਾ ਆਈਡੀਆ ਆਫ ਪ੍ਰੈਂਬਲ ਹੈਜ਼ ਬੀਨ ਬੋਰੋ ਇਨ ਇੰਡੀਆ ਕਨਸਟੀਟਿਊਸ਼ਨ ਫਰੋਮ ਦਾ ਕਨਸਟੀਟਿਊਸ਼ਨ ਆਫ। ਪ੍ਰੈਂਬਲ ਆਪਾਂ ਕਿਹਦੇ ਤੋਂ ਲੈਣਾ? ਕਿਹੜੀ ਕੰਟਰੀ ਤੋਂ ਪ੍ਰੈਂਬਲ ਲੈ ਗਏ ਸੀ? ਇਹ ਹੁਣ ਆ ਗਿਆ ਆਪਣੇ ਕੋਲ ਸੋਰਸਸ ਆਫ ਇੰਡੀਆ, ਮਤਲਬ ਜਿਹੜੇ ਆਪਣੇ ਸੰਵਿਧਾਨ ਦੇ ਸੋਰਸ ਨੇ ਆਪਾਂ ਕਿੱਥੋਂ ਕਿੱਥੋਂ ਲੈਣੇ। ਪ੍ਰੈਂਬਲ ਆਪਾਂ ਕਿੱਥੋਂ ਲਿਆ ਸੀਗਾ? ਹਾਂਜੀ 1 ਨੰਬਰ ਕੁਐਸਚਨ ਹੈ, ਪ੍ਰੈਂਬਲ ਆਪਾਂ ਕਿੱਥੋਂ ਲਿਆ ਸੀਗਾ? ਪ੍ਰੈਂਬਲ ਜਿਹੜਾ ਆਪਾਂ ਕਿਹੜੀ ਕੰਟਰੀ ਤੋਂ ਲਿਆ ਸੀਗਾ? ਤੇ ਇੱਕ ਤੁਸੀਂ ਇਹ ਵੀ ਦੱਸਣਾ ਹੈ ਕਿ ਇਹ ਵਾਲਾ ਜਿਹੜਾ ਕਿਸ ਦੇ ਬੇਸ ਤੇ, ਠੀਕ ਹੈ। ਜਿਹੜਾ ਪ੍ਰੈਂਬਲ ਆਪਾਂ ਕਿੱਥੋਂ ਲਿਆ ਹੈ? USA ਤੋਂ। ਵਿਸ਼ਾਖਾ ਰਾਣੀ ਬਿਲਕੁਲ ਸਹੀ ਹੈ। ਅਵਿਨੀਸ਼ ਹਾਂਡਾ, ਮਨੂ ਕੰਬੋਜ, ਕੌਰਮਨਦੀਪ, ਅਰਸ਼ਦੀਪ ਸਿੰਘ ਸੰਧੂ, ਵੀਨਾ ਕੰਬੋਜ, ਸਹੀ ਹੈ ਬਈ ਸਾਰਿਆਂ ਦਾ। ਜਿਹੜਾ ਆਪਣੇ ਵਾਲਾ ਪ੍ਰੈਂਬਲ ਹੈ ਇਹ ਕਿਸ ਦੇ ਆਧਾਰ ਤੇ? ਔਨ ਦਾ ਬੇਸਿਸ ਆਫ ਆਵਰ ਪ੍ਰੈਂਬਲ ਇਜ਼ ਬੇਸਸ ਔਨ, ਕਿਸ ਦੇ ਆਧਾਰ ਤੇ? ਜੇਕਰ ਆਪਣੇ ਕੋਲ ਪੁੱਛਿਆ ਹੁੰਦਾ ਆਵਰ ਪ੍ਰੈਂਬਲ ਇਜ਼ ਬੇਸਸ ਔਨ ਕਿਸ ਦੇ ਆਧਾਰ ਤੇ, ਤਾਂ ਉਹ ਕੀ ਹੋਣਾ ਸੀਗਾ? UN ਚਾਰਟਰ। ਆਨਸਰ ਕੀ ਆਣਾ ਸੀਗਾ? UN ਚਾਰਟਰ ਬੇਸ ਤੇ, ਠੀਕ ਹੈ ਜੀ, UN ਚਾਰਟਰ। ਉਸ ਤੋਂ ਬਾਅਦ ਨੈਕਸਟ ਹੈ ਇਨ ਇੰਡੀਅਨ ਪੋਲੀਟੀਕਲ ਸਿਸਟਮ ਵਿਚ ਵਨ ਇਜ਼ ਸੁਪਰੀਮ। ਜੇਕਰ ਆਪਾਂ ਭਾਰਤ ਦੀ ਰਾਜਨੀਤੀ ਦੀ ਗੱਲ ਕਰੀਏ ਇਹਦੇ ਵਿੱਚ ਸਭ ਤੋਂ ਵੱਡੀ ਪਾਵਰ ਕਿਹੜੀ ਹੈ? ਸੁਪਰੀਮ ਕੌਣ ਹੈ ਇਹਦੇ ਵਿੱਚ? ਦਾ ਸੁਪਰੀਮ ਕੋਰਟ, ਦਾ ਸੁਪਰੀਮ ਕੋਰਟ, ਦਾ ਕਨਸਟੀਟਿਊਸ਼ਨ, ਦਾ ਪਾਰਲੀਮੈਂਟ ਜਾਂ ਰਿਲੀਜਨ? ਹਾਂਜੀ ਸੈਕਿੰਡ ਨੰਬਰ ਦਾ ਕੀ ਆਏਗਾ? ਇੰਡੀਅਨ ਪੋਲੀਟੀਕਲ ਦੇ ਵਿੱਚ ਜਬ ਸਭ ਤੋਂ ਵੱਡੀ ਪਾਵਰ ਕੀ ਹੈ? ਦਾ ਕਨਸਟੀਟਿਊਸ਼ਨ, ਠੀਕ ਹੈ। ਦਾ ਕਨਸਟੀਟਿਊਸ਼ਨ, ਸੰਵਿਧਾਨ ਹੈ ਜਿਹੜਾ, ਇਹ ਹੀ ਸਭ ਤੋਂ ਵੱਡੀ ਪਾਵਰ ਹੈ। ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਦਾ ਕਨਸੈਪਟ ਆਫ ਏ ਯੂਨੀਅਨ ਆਫ ਸਟੇਟ ਇਨ ਇੰਡੀਅਨ ਕਨਸਟੀਟਿਊਸ਼ਨ ਹੈਜ਼ ਬੀਨ ਡਰਾਈਵਡ ਫਰੋਮ। ਜਿਹੜਾ ਯੂਨੀਅਨ ਆਫ ਸਟੇਟ ਹੈ ਇੰਡੀਅਨ ਕਨਸਟੀਟਿਊਸ਼ਨ ਦਾ ਕਨਸੈਪਟ, ਇਹ ਵਾਲਾ ਕਿਹੜੀ ਕੰਟਰੀ ਤੋਂ ਆਪਾਂ ਲਿਆ ਹੈ? ਠੀਕ ਹੈ, ਕਿਹਦੇ ਤੋਂ ਲਿਆ ਸੀਗਾ? ਥਰਡ ਨੰਬਰ ਕੁਐਸਚਨ ਹੈ ਏ ਯੂਨੀਅਨ ਆਫ ਸਟੇਟ ਇਨ ਇੰਡੀਅਨ ਕਨਸਟੀਟਿਊਸ਼ਨ ਹੈਜ਼ ਬੀਨ ਡਰਾਈਵਡ ਫਰੋਮ। ਹਾਂਜੀ ਥਰਡ ਨੰਬਰ ਕੁਐਸਚਨ। ਇਹਦਾ ਕੀ ਹੋਏਗਾ ਆਨਸਰ? ਕਰਿਆ ਨਹੀਂ ਹੋਇਆ ਆਪਾਂ ਵੈਸੇ।
इनका आंसर है अपने को थर्ड का ब्रिटिश नॉर्थ अमरीका एक्ट। एक ब्रिटिश नॉर्थ अमेरिका एक्ट सीगा उनके तो आपां ये वाला प्रोसैस लिया सीगा। ठीक है, ये जिहड़ा सारा तुहाडे हिस्टोरीकल बैकग्राउंड दे विच है उन्होंने आपां अगे डिस्कस करांगे। ठीक है, हिस्टोरीकल बैकग्राउंड दे विच पढ़ांगे ये वाले एक्ट भी। नैक्सट है अपने को द कंसैप्ट ऑफ जुडिशियल रिव्यू। जुडिशियल रिव्यू वाला कंसैप्ट आपां कित्थों लिया? जुडिशियल रिव्यू वाला कंसैप्ट आपां कित्थों लिया सीगा? यूके तो, यूएसए तो, या यूएसएसआर तो, या आस्ट्रेलिया तो? जुडिशियल रिव्यू फोर नंबर क्वेश्चन है जुडिशियल रिव्यू वाला कंसैप्ट आपां कित्थों लिया है? जुडिशियल रिव्यू जिहड़ा जुडिशियल रिव्यू वाला कंसैप्ट है वो आपां लिया सीगा यूएसए तो। फोर दा आंसर की होएगा बी। जुडिशियल रिव्यू वाला कंसैप्ट है आपां यूएसए तो लैके आए सी। नैक्सट है अपने को द फीचर्स ऑफ फेडरल सिस्टम ऑफ द इंडियन कॉन्स्टिट्यूशन इज इंस्पायर्ड बाय द कॉन्स्टिट्यूशन ऑफ। जिहड़ा फेडरल सिस्टम है ये आपां कित्थों लिया सीगा? फेडरल सिस्टम हाँ जी 5 नंबर फेडरल सिस्टम ऑफ इंडियन कॉन्स्टिट्यूशन आपां करया सीगा फेडरेशन विद ए स्ट्रॉन्ग सेंटर, काफ़ी बार करया है। सिमरन तमीजा कनेडा, राजेश गगनेजा ए, मनु कंबोज ए, अमनदीप ए, सोनिया ए, सुखबीर कौर ए। हाँ जी राजे सही है अपने को। जिहड़ा फेडरेशन विद ए स्ट्रॉन्ग सेंटर वो आपां कित्थों लिया है? कनेडा तो लिया सीगा। ठीक है, नैक्सट है अपने को द सिस्टम ऑफ जुडिशियल रिव्यू एग्जिस्ट इन। जिहड़ा जुडिशियल रिव्यू है एग्जिस्ट कित्थे करता है? ये वाला वैसे तो आपां इस तो पहला भी कर चुके हाँ। हुण तुसीं दसना है जुडिशियल रिव्यू वाला कंसैप्ट है जिहड़ा ये कित्थे एग्जिस्ट करता है? ओनली इंडिया दे विच, या ओनली यूएसए दे विच, या इंडिया एंड यूएसए दे विच, या ओनली यूके दे विच? हाँ जी, आइडिया तुसीं लगा सकते हो। आपां पिछे क्वेश्चन करया है, ये आपां हुण दसना है। ये नहीं पूछा है कि किहड़ी कंट्री तो लिया गया, उन्हां पूछा है कि ये कित्थे कित्थे एग्जिस्ट करता है जुडिशियल रिव्यू। 6 दा बी हरप्रीत कौर, अविनाश हांडा 6 दा सी, तमन्ना मक्कड़ 6 सी। हाँ जी राजे 6 दा सी आंसर है जिहड़ा बिल्कुल सही है। आपां देखो ये दसना सी एग्जिस्ट कित्थे करदा। आपां लिया तो यूएसए तो सी, मतलब यूएसए दे विच भी हैगा। आपां लैके आए हैं इंडिया च लैके आए हैं, मतलब कि ये इंडिया दे विच भी हैगा ते यूएसए दे विच भी हैगा। ठीक है, एग्जिस्ट कित्थे करदा है? जुडिशियल रिव्यू इंडिया एंड यूएसए च। नैक्सट है अपने को विच ऑफ द फॉलोइंग करैक्टरिस्टिक इज कॉमन बिटवीन द फेडरल सिस्टम ऑफ इंडिया एंड अमेरिका। आपां दसना है वो किहड़ी विशेषता है जिहड़ी फेडरल सिस्टम दी कॉमन है इंडिया ते अमेरिका दी। फर्स्ट है अपने को सिंगल सिटीजनशिप, उस तो बाद है 3 लिस्ट इन द कॉन्स्टिट्यूशन, ड्यूल जुडिशियल सिस्टम, ए फेडरल सुप्रीम कोर्ट फॉर इंटरप्रिटेशन ऑफ द कॉन्स्टिट्यूशन, संविधान के निर्वचन के लिए परिसंघीय उच्च न्यायतम। हाँ जी, ड्यूल जुडिशियल सिस्टम पहला देखो ये सिंगल सिटीजनशिप जी यूएसए दे विच सिंगल सिटीजनशिप नहीं है, उत्थे की है ड्यूल है। ठीक है, मतलब उत्थे अलग अलग स्टेट ने, स्टेट तो यूएसए बनी है, स्टेटा नूं मिला के यूएसए बनी है। ठीक है, ना कि उत्थे जिहड़ा यूएसए तो स्टेटा कट कीतियां गईयां, उत्थे की है ड्यूल सिटीजन सिस्टम है। 3 लिस्ट इन द कॉन्स्टिट्यूशन, उत्थे 3 लिस्ट वाला प्रोसैस नहीं है जिवें अपने इधर हुंदा है यूनियन लिस्ट, स्टेट लिस्ट एंड कॉन्करेंट लिस्ट, उधर ए वाला सिस्टम नहीं है। ठीक है, ड्यूल जुडिशियल सिस्टम भी नहीं है, तो मतलब ऑप्शन केड़ी रह गई अपने को लास्ट, फेडरल सुप्रीम कोर्ट है फॉर इंटरप्रिटेशन ऑफ द कॉन्स्टिट्यूशन। ठीक है, फेडरल सुप्रीम सिस्टम का मतलब की है कि पावर है जी उनके वंडी हुई है।
मतलब ਜਿਹੜੀ ਸੁਪਰੀਮ ਹੈ ਆਪਣੇ ਕੋਲ ਸੈਂਟਰ ਵਾਲੀ, ਮਤਲਬ ਜਿਵੇਂ ਆਪਣੇ ਇੱਥੇ ਇੱਕ ਸੁਪਰੀਮ ਕੋਰਟ ਹੈ, ਆਪਣੇ ਕੀ ਹੈ ਪਹਿਲਾਂ ਸੁਪਰੀਮ ਕੋਰਟ ਆਉਂਦੀ ਹੈ, ਉਸ ਤੋਂ ਬਾਅਦ ਨੀਚੇ ਹਾਈ ਕੋਰਟ ਹੈ, ਉਸ ਤੋਂ ਬਾਅਦ ਨੀਚੇ ਲੋਅਰ ਕੋਰਟ ਆ ਜਾਂਦੀਆਂ ਨੇ। ਲੋਅਰ ਕੋਰਟ ਦੇ ਵਿੱਚ ਜਿਵੇਂ ਆਪਣੇ ਕੋਲ ਡਿਸਟ੍ਰਿਕਟ ਕੋਰਟ ਆ ਜਾਂਦੀ ਹੈ, ਬਲਾਕ ਲੈਵਲ ਤੇ ਆ ਜਾਂਦੀ ਹੈ, ਠੀਕ ਹੈ, ਉਹ ਸਾਰੀਆਂ ਕੋਰਟ ਆ ਜਾਂਦੀਆਂ ਨੇ। ਮਤਲਬ ਕਿ ਇਹ ਇੱਕ ਦੂਜੇ ਦੇ ਕੋਆਪਰੇਸ਼ਨ ਦੇ ਨਾਲ ਹੀ ਚੱਲਦੀਆਂ ਨੇ, ਸਾਰੀਆਂ ਸੁਪਰੀਮ ਕੋਰਟ ਦੇ ਅੰਡਰ ਹੀ ਹੁੰਦੀਆਂ ਨੇ, ਠੀਕ ਹੈ। ਕੋਈ ਵੀ ਕੋਰਟ ਆਪਣੀ ਮਨਮਰਜ਼ੀ ਦੇ ਨਾਲ ਨਹੀਂ ਚੱਲ ਸਕਦੀ। ਨੈਕਸਟ ਹੈ ਆਪਣੇ ਕੋਲ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ। ਇਹਨਾਂ ਵਿੱਚੋਂ ਦੱਸਣਾ ਹੈ ਤੁਸੀਂ ਕਿਹੜੀ ਸਟੇਟਮੈਂਟ ਸਹੀ ਹੈ। ਫਸਟ ਹੈ ਆਪਣੇ ਕੋਲ ਦਾ ਫੈਡਰਲ ਫਾਰਮ ਆਫ ਗਵਰਨਮੈਂਟ ਇਜ਼ ਇਨ ਯੂਨਾਈਟਿਡ ਸਟੇਟ ਆਫ ਅਮਰੀਕਾ। ਫੈਡਰਲ ਫਾਰਮ ਆਫ ਗਵਰਨਮੈਂਟ ਇਹ ਕਹਿੰਦੇ ਨੇ ਜਿਹੜੀ USA ਦੇ ਵਿੱਚ ਹੈ। ਦਾ ਗਵਰਨਮੈਂਟ ਆਫ ਇੰਡੀਆ ਇਜ਼ ਫੈਡਰਲ ਐਂਡ ਯੂਨਿਟਰੀ ਬੋਥ। ਜਿਹੜੀ ਇੰਡੀਆ ਦੀ ਹੈ ਉਹ ਗਵਰਨਮੈਂਟ ਕੀ ਹੈ, ਫੈਡਰਲ ਤੇ ਯੂਨਿਟਰੀ ਬੋਥ ਹੈ। ਦਾ ਗਵਰਨਮੈਂਟ ਆਫ ਫਰਾਂਸ ਇਜ਼ ਆਫ ਫੈਡਰਲ ਫਾਰਮ। ਫਰਾਂਸ ਦੀ ਜਿਹੜੀ ਗਵਰਨਮੈਂਟ ਹੈ ਫੈਡਰਲ ਹੈ। ਦਾ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਇਜ਼ ਅਪਾਇੰਟਡ ਬਾय ਪੀਪਲ। ਆਪਾਂ ਦੱਸਣਾ ਟਰੂ ਸਟੇਟਮੈਂਟ ਕਿਹੜੀ ਹੈ। ਸਭ ਤੋਂ ਪਹਿਲਾਂ ਲਾਸਟ ਵਾਲਾ ਦੇਖੋ ਰਾਜੇ, ਤੁਸੀਂ ਲਿੰਕ ਨੂੰ ਦੁਬਾਰਾ ਓਪਨ ਕਰ ਲਓ ਜੇ ਵੀਡੀਓ ਨਹੀਂ ਚੱਲ ਰਹੀ, ਤੁਹਾਡੇ ਨੈਟਵਰਕ ਦੀ ਪ੍ਰੋਬਲਮ ਹੋਏਗੀ। ਇੱਧਰ ਬਿਲਕੁਲ ਸਹੀ ਹੈ। ਦੇਖੋ ਕੀ ਹੈ, ਪਹਿਲਾਂ ਤਾਂ ਆਪਾਂ ਲਾਸਟ ਤੋਂ ਦੇਖਦੇ ਹਾਂ। ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਅਪੁਆਇੰਟਡ ਬਾय ਪੀਪਲ। ਡਾਇਰੈਕਟ ਲੋਕਾਂ ਦੁਆਰਾ ਨਹੀਂ ਚੁਣਿਆ ਜਾਂਦਾ ਹੁੰਦਾ ਪ੍ਰਾਈਮ ਮਿਨਿਸਟਰ, ਠੀਕ ਹੈ, ਡਾਇਰੈਕਟ ਲੋਕਾਂ ਦੁਆਰਾ ਨਹੀਂ ਚੁਣਿਆ ਜਾਂਦਾ। ਉਸ ਤੋਂ ਬਾਅਦ ਦਾ ਗਵਰਨਮੈਂਟ ਆਫ ਫਰਾਂਸ ਇਜ਼ ਫੈਡਰਲ ਫਾਰਮ। ਫਰਾਂਸ ਦੀ ਗਵਰਨਮੈਂਟ ਵੀ ਫੈਡਰਲ ਨਹੀਂ ਹੈਗੀ, ਠੀਕ ਹੈ। ਜਿਹੜੀ ਆਪਾਂ ਆਪਣੀ ਗਵਰਨਮੈਂਟ ਇਹ ਕੀ ਫੈਡਰਲ ਐਂਡ ਯੂਨਿਟਰੀ ਬਹੁਤ ਹੈ, ਕਹਿ ਸਕਦੇ ਆ ਆਪਾਂ ਫੈਡਰਲ ਐਂਡ ਯੂਨਿਟਰੀ। ਬਟ ਕਦੋਂ ਹੁੰਦਾ ਯੂਨਿਟਰੀ, ਜਦੋਂ ਐਮਰਜੈਂਸੀ ਲੱਗਦੀ ਆਪਣੀ, ਉਸ ਟਾਈਮ ਕੀ ਯੂਨਿਟਰੀ ਗਵਰਨਮੈਂਟ ਬਣ ਜਾਂਦੀ ਹੈ। ਬਟ ਇੱਥੇ ਜਿਹੜਾ ਮੋਸਟ ਐਪਰੋਪ੍ਰੀਏਟ ਆਨਸਰ ਹੈ ਉਹ ਕੀ ਹੈ, ਫਸਟ ਹੈ ਆਪਣੇ ਕੋਲ। ਦਾ ਫੈਡਰਲ ਫਾਰਮ ਆਫ ਗਵਰਨਮੈਂਟ ਇਜ਼ ਇਨ ਯੂਨਾਈਟਿਡ ਸਟੇਟ ਆਫ ਅਮਰੀਕਾ, ਠੀਕ ਹੈ। ਜਿਹੜੀ ਫੈਡਰਲ ਫਾਰਮ ਆਫ ਗਵਰਨਮੈਂਟ ਹੈ ਉਹ ਯੂਨਾਈਟਿਡ ਸਟੇਟ ਅਮਰੀਕਾ ਦੇ ਵਿੱਚ ਹੈ। ਇੱਥੇ ਕੀ ਹੈ ਆਪਣੇ ਕੋਲ ਹੁੰਦੀ, ਮਤਲਬ ਹੈ ਤਾਂ ਸਹੀ, ਬਟ ਜਿਹੜਾ ਮੋਸਟ ਪ੍ਰੋਬੇਬਲ ਆਨਸਰ ਹੈ ਉਹ ਫਸਟ ਹੈ ਆਪਣੇ ਕੋਲ। ਆਪਣਾ ਕੀ ਹੈ ਗਵਰਨਮੈਂਟ ਯੂਨਿਟਰੀ ਕਦੋਂ ਹੁੰਦੀ ਹੈ, ਜਦੋਂ ਐਮਰਜੈਂਸੀ ਲੱਗ ਜਾਂਦੀ। ਅਦਰਵਾਈਜ਼ ਇਹ ਕੀ ਹੈ ਫੈਡਰਲ ਸਿਸਟਮ, ਕੁਆਸਾਈ ਫੈਡਰਲ ਹੈ। ਆਪਾਂ ਜਿਹੜੀ ਇੰਡੀਅਨ ਗਵਰਨਮੈਂਟ ਹੈ ਉਹਨੂੰ ਆਪਾਂ ਬੋਲਦੇ ਆ ਕੁਆਸਾਈ ਫੈਡਰਲ। ਕੱਲ ਵੀ ਆਪਾਂ ਕੀਤਾ ਸੀਗਾ ਕੁਆਸਾਈ ਫੈਡਰਲ, ਠੀਕ ਹੈ, ਕੁਆਸਾਈ ਫੈਡਰਲ ਸਿਸਟਮ। 8 ਦਾ ਇਹ ਆਨਸਰ ਆਏਗਾ A। ਜਿਹੜੇ ਆਪਣੇ ਵਾਲਾ ਹੈ ਉਹ ਕੀ ਹੈ ਕੁਆਸਾਈ ਫੈਡਰਲ। ਉਸ ਤੋਂ ਬਾਅਦ ਨੈਕਸਟ ਹੈ ਕਨਕਰੈਂਟ ਲਿਸਟ ਇਨਕਲੂਡਡ ਇਨ ਇੰਡੀਅਨ ਕਨਸਟੀਟਿਊਸ਼ਨ ਇਜ਼ ਗਿਵਨ ਬਾय। ਜਿਹੜਾ ਕਨਕਰੈਂਟ ਲਿਸਟ ਵਾਲਾ ਕਨਸੈਪਟ ਹੈ ਆਪਾਂ ਐਡ ਕਰਿਆ ਸੀ, ਕਿਹਦੇ ਤੋਂ ਲਿਆ ਸੀਗਾ ਇਹ ਵਾਲਾ ਕਨਸੈਪਟ। 9 ਨੰਬਰ ਕੁਐਸਚਨ ਹੈ ਆਪਣੇ ਕੋਲ। 9 ਨੰਬਰ ਕੁਐਸਚਨ ਹੈ ਕਨਕਰੈਂਟ ਲਿਸਟ ਵਾਲਾ ਕਨਸੈਪਟ ਆਪਾਂ ਕਿੱਥੋਂ ਲਿਆ। ਕਨਕਰੈਂਟ ਲਿਸਟ, ਹਾਂਜੀ ਹਰਪ੍ਰੀਤ ਕੌਰ ਏ ਨੋਟ। ਧਿਆਨ ਨਾਲ ਦੇਖਿਆ ਤੇ ਰਾਜੇ ਜਿਹੜਾ ਆਪਣਾ ਹੈ ਉਹ ਫੈਡਰਲ ਨਹੀਂ ਹੈਗੀ, ਪ੍ਰੋਪਰ ਫੈਡਰਲ ਨਹੀਂ ਹੈਗੀ, ਕੀ ਹੈ ਕੋਸਾਈ ਫੈਡਰਲ ਹੈ, ਠੀਕ ਹੈ, ਕੋਸਾਈ ਫੈਡਰਲ। ਬਟ ਉਹਦੇ ਵਿੱਚ ਲਿਖਿਆ ਹੋਇਆ ਸੀ B ਦੇ ਵਿੱਚ ਕਿ ਬਹੁਤ ਹੈ, ਬਹੁਤ ਨਹੀਂ ਹੈਗੀ, ਕੋਸਾਈ ਫੈਡਰਲ ਹੈ, ਠੀਕ ਹੈ। 8 ਨੰਬਰ ਕੁਐਸਚਨ ਰਾਜੇ ਦੇਖੋ ਕੀ ਹੈ ਆਪਣੇ ਕੋਲ। ਨੰਬਰ ਕੁਐਸਚਨ ਦੇ ਵਿੱਚ ਕੀ ਹੈ ਦਾ ਫੈਡਰਲ ਫਾਰਮ ਆਫ ਗਵਰਨਮੈਂਟ। ਜਿਹੜੀ ਫੈਡਰਲ ਫਾਰਮ ਗਵਰਨਮੈਂਟ ਹੈ ਉਹ ਕਿੱਥੇ USA ਦੇ ਵਿੱਚ ਹੈ, ਠੀਕ ਹੈ। ਤੇ ਜਿਹੜੇ ਕਹਿੰਦੇ ਨੇ ਸੈਕਿੰਡ ਦੇ ਆ ਦੋਨੋਂ ਦੇ ਵਿੱਚੋਂ ਇੱਕ ਆਨਸਰ ਹੋ ਸਕਦਾ ਸੀ। ਦਾ ਗਵਰਨਮੈਂਟ ਆਫ ਇੰਡੀਆ ਇਜ਼ ਫੈਡਰਲ ਐਂਡ ਯੂਨਿਟਰੀ ਬੋਥ। ਉਹ ਕਹਿ ਰਹੇ ਨੇ ਜਿਹੜੀ ਆਪਣੀ ਹੈ ਇੰਡੀਆ ਦੀ ਹੈ ਗਵਰਨਮੈਂਟ ਉਹ ਕੀ ਹੈ ਫੈਡਰਲ ਵੀ ਹੈ ਤੇ ਯੂਨਿਟਰੀ ਵੀ ਹੈ, ਠੀਕ ਹੈ। ਬਟ ਜਿਹੜਾ ਮੋਸਟ ਐਪਰੋਪ੍ਰੀਏਟ ਆਨਸਰ ਉਹ 1 ਹੈ, ਠੀਕ ਹੈ। ਬਾਕੀ ਆਪਾਂ ਦੁਬਾਰਾ ਚੈੱਕ ਕਰ ਲਾਂਗੇ ਇਹਦੇ ਚੰਗੀ ਤਰ੍ਹਾਂ। ਜਿਹੜਾ ਆਪਣੇ ਵਾਲਾ ਵੀ ਯੂਨਿਟਰੀ ਕਦੋਂ ਹੁੰਦਾ ਜਦੋਂ ਐਮਰਜੈਂਸੀ ਲੱਗਦੀ ਹੈ, ਉਸ ਟਾਈਮ ਯੂਨਿਟਰੀ ਹੁੰਦਾ ਹੈ, ਅਦਰਵਾਈਜ਼ ਫੈਡਰਲ ਹੀ ਹੈ, ਠੀਕ ਹੈ। ਦੇਖ ਲਾਂਗੇ ਇਹਨੂੰ ਦੁਬਾਰਾ। ਸੈਕਿੰਡ ਦੇਖੋ ਕਨਕਰੈਂਟ ਲਿਸਟ ਹੈ ਜਿਹੜੀ ਆਪਾਂ ਉਹ ਕਿੱਥੋਂ ਲਈ ਸੀਗੀ, ਆਸਟ੍ਰੇਲੀਆ ਤੋਂ ਲਈ ਸੀਗੀ। ਉਸ ਤੋਂ ਬਾਅਦ ਆਵਾਜ਼ ਨਹੀਂ ਆ ਰਹੀ, ਸਹੀ ਹੈ ਰਾਜੇ ਵੋਲਿਊਮ। ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਦਾ ਕਨਸੈਪਟ ਆਫ ਦਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਮੋਸਟ ਇੰਪੋਰਟੈਂਟ ਕੁਐਸਚਨ ਹੈ, ਕਾਫੀ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਹੈ
DPSP ਵਾਲਾ ਕਨਸੈਪਟ ਆਪਾਂ ਕਿਹੜੀ ਕੰਟਰੀ ਤੋਂ ਲਿਆ ਸੀਗਾ? DPSP ਮਤਲਬ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ। ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਆਪਾਂ ਕਿੱਥੋਂ ਲੈ ਸੀਗੇ? ਆਇਰਿਸ਼ ਕਨਸਟੀਟਿਊਸ਼ਨ ਤੋਂ, ਆਇਰਲੈਂਡ ਤੋਂ। ਠੀਕ ਹੈ, ਮੋਸਟ ਇੰਪੋਰਟੈਂਟ ਹੈ, ਕਾਫੀ ਵਾਰ ਪੁੱਛਿਆ ਹੈ ਵਾਲਾ ਪੇਪਰ ਦੇ ਵਿੱਚ। ਆਇਰਲੈਂਡ ਤੋਂ ਆਪਾਂ ਕਿਹੜਾ ਕਨਸੈਪਟ ਲਿਆ ਸੀਗਾ? DPSP। ਨੈਕਸਟ ਹੈ ਆਪਣੇ ਕੋਲ ਫੰਡਾਮੈਂਟਲ ਰਾਈਟ। ਫੰਡਾਮੈਂਟਲ ਰਾਈਟ ਕਿੱਥੋਂ ਲਿਆ ਸੀਗੇ ਆਪਾਂ? ਫੰਡਾਮੈਂਟਲ ਰਾਈਟ 13 ਨੰਬਰ ਕੁਐਸਚਨ। ਫੰਡਾਮੈਂਟਲ ਰਾਈਟ ਕਿੱਥੋਂ ਲਿਆ ਸੀਗੇ ਆਪਾਂ? ਫੰਡਾਮੈਂਟਲ ਰਾਈਟ ਨੇ ਜਿਹੜੇ ਆਪਾਂ ਉਹ ਲੈ ਸੀਗੇ USA ਤੋਂ, ਅਮਰੀਕਾ ਤੋਂ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ The traditional of written constitution began from which of the following country? ਮਤਲਬ ਉਹਨਾਂ ਦੇ ਪੁੱਛਣ ਕੀ ਪੁੱਛ ਰਹੇ ਨੇ ਕੁਐਸਚਨ ਦੇ ਵਿੱਚ ਕਿ ਜਿਹੜਾ ਰਿਟਨ ਕਨਸਟੀਟਿਊਸ਼ਨ ਸੀ ਸਭ ਤੋਂ ਪਹਿਲਾਂ ਕਿਹੜੀ ਕੰਟਰੀ ਦਾ ਸੀ, ਕਿੱਥੋਂ ਸ਼ੁਰੂ ਆਰੰਭ ਹੋਇਆ ਸੀਗਾ। ਠੀਕ ਹੈ, ਜਿਹੜਾ ਰਿਟਨ ਕਨਸਟੀਟਿਊਸ਼ਨ ਦਾ ਆਰੰਭ ਕਿੱਥੋਂ ਹੋਇਆ ਸੀਗਾ? 14 ਨੰਬਰ ਕੁਐਸਚਨ ਦੇ ਵਿੱਚ ਦੇਖੋ ਪੁੱਛ ਰਹੇ ਨੇ ਆਪਾਂ ਨੂੰ ਰਿਟਨ ਕਨਸਟੀਟਿਊਸ਼ਨ ਨੇ ਉਹਦਾ ਸਟਾਰਟ ਕਿੱਥੋਂ ਹੋਇਆ ਸੀਗਾ। ਉਹ ਆਪਾਂ ਕਰਿਆ ਸੀਗਾ ਫਸਟ ਰਿਟਨ ਕਨਸਟੀਟਿਊਸ਼ਨ ਕਿੰਨਾ ਦਾ ਹੈ? ਫਸਟ ਰਿਟਨ ਕਨਸਟੀਟਿਊਸ਼ਨ ਕਿੰਨਾ ਦਾ? ਆਪਣੇ ਕੋਲ ਅਮਰੀਕਾ ਦਾ। ਠੀਕ ਹੈ, ਜੇਕਰ ਆਪਣੇ ਕੋਲ ਅਨਰਿਟਨ ਦੀ ਗੱਲ ਕਰਨ, ਅਨਰਿਟਨ ਕਨਸਟੀਟਿਊਸ਼ਨ ਕਿੰਨਾ ਦਾ ਹੈ? ਅਨਰਿਟਨ ਕਨਸਟੀਟਿਊਸ਼ਨ ਜਿਹੜਾ ਉਹ ਕਿਹੜੀ ਕੰਟਰੀ ਦਾ? ਆਪਣੇ ਕੋਲ ਬ੍ਰਿਟੇਨ ਦਾ। ਠੀਕ ਹੈ, UK ਦਾ, ਮਤਲਬ ਯੂਨਾਈਟਿਡ ਕਿੰਗਡਮ, ਬ੍ਰਿਟਿਸ਼ ਵੀ ਇਹਨੂੰ ਬੋਲਦੇ ਨੇ। ਉਸ ਤੋਂ ਬਾਅਦ ਨੈਕਸਟ ਦੇਖੋ ਰਾਏ ਸਾਡੇ ਨੇ ਜਿਹੜੇ ਪੇਡ ਗਰੁੱਪ ਚੱਲ ਰਹੇ ਨੇ, PSTET, NTT, ETT ਕੈਡਰ 7000 ਫੀਸ ਹੈ, NTT ਦੀ 7000, ETT ਕੈਡਰ ਦੀ ਵੀ 7000। NTT ਹੈ ਜਿਹੜਾ ਇਹਦਾ ਐਗਜ਼ਾਮ ਆ ਚੁੱਕਿਆ, ਡੇਟ ਅਨਾਉਂਸ ਹੋ ਗਈ ਹੈ। ਕਦੋਂ ਹੈ ਐਗਜ਼ਾਮ? 27 ਨੂੰ ਹੈ ਸ਼ਾਇਦ, 27 ਜੂਨ ਨੂੰ। ਠੀਕ ਹੈ, NTT ਦਾ ਜਿਹੜਾ ਐਗਜ਼ਾਮ ਹੈ ਅਨਾਉਂਸ ਹੋ ਚੁੱਕਿਆ ਹੈ 27 ਜੂਨ ਨੂੰ NTT ਦਾ। ਉਸ ਤੋਂ ਬਾਅਦ ਜਿਹੜੀਆਂ ਬੈਕਲੌਗ ਦੀਆਂ ਪੋਸਟਾਂ ਆਈਆਂ ਸੀਗੀਆਂ ਮਾਸਟਰ ਕੇਡਰ ਦੀਆਂ, ਉਹਨਾਂ ਦਾ ਵੀ ਡੇਟ ਸ਼ੀਟ ਆ ਚੁੱਕੀ ਹੈ ਐਗਜ਼ਾਮ ਦੀ। 20 ਐਂਡ 21 ਜੂਨ ਨੂੰ ਹੈ ਮਾਸਟਰ ਕੇਡਰ ਵਾਲਾ ਵੀ। ਠੀਕ ਹੈ, ਤੇ ਤੁਹਾਡਾ ਟੈਟ ਵੀ ਆਉਣ ਵਾਲਾ ਹੈ ਤੇ ਤਿਆਰ ਹੋ ਜਾਓ, ਜਲਦੀ ਹੀ ਆ ਜਾਏਗਾ ਵੀ। ਠੀਕ ਹੈ, ਐਗਜ਼ਾਮ ਨੇ ਜਿਹੜੇ ਹੁਣੇ ਸਟਾਰਟ ਹੋ ਗਏ ਨੇ, ਮਤਲਬ ਕਿ ਉਮੀਦ ਹੈ ਕਿ ਜਲਦੀ ਹੀ ਟੈਟ ਵੀ ਆ ਜਾਏਗਾ। ਠੀਕ ਹੈ, ਓਨਲੀ ਸਾਇੰਸ ਹੈ ਜਿਹੜੀ 2500, ਓਨਲੀ CDP NTT ਵਾਸਤੇ 4000। ਜੇਕਰ ਤੁਸੀਂ ਹੋਰ ਇਨਫੋਰਮੇਸ਼ਨ ਲੈਣੀ ਹੈ ਤਾਂ ਆਹ ਵਾਲੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਸਾਡੀ ਐਪ ਹੈ ਜਿਹੜੀ ਸਾਇੰਸ ਵਿਦ ਨਵੀ, ਉਹਨੂੰ ਡਾਊਨਲੋਡ ਕਰਕੇ ਉਹਦੇ ਸਟੋਰ ਦੀ ਆਪਸ਼ਨ ਹੋਏਗੀ, ਉਹਦੇ ਜਾ ਕੇ ਤੁਸੀਂ ਕੋਰਸ ਚੈੱਕ ਕਰ ਸਕਦੇ ਹੋ। ਠੀਕ ਹੈ, ETT ਦਾ ਵੀ ਐਗਜ਼ਾਮ ਆਉਣ ਵਾਲਾ ਹੈ ਜਲਦੀ, ਵਾਰਡ ਅਟੈਂਡੈਂਟ ਦਾ ਐਗਜ਼ਾਮ, ਇਹ ਵੀ ਆ ਜਾਏਗਾ। ਹੁਣ ਸਾਰੇ ਹੀ ਹੋ ਜਾਣੇ ਨੇ ਐਗਜ਼ਾਮ ਨੇ ਜਿਹੜੇ, ਕਿਉਂਕਿ ਨਵੰਬਰ ਦੇ ਵਿੱਚ ਦੇਖੋ ਆਪਣੇ ਕੋਲ ਕੀ ਹੈ, ਕੋਡ ਆਫ ਕੰਡਕਟ ਲੱਗ ਜਾਣੇ। ਠੀਕ ਹੈ, ਕੋਡ ਆਫ ਕੰਡਕਟ ਲੱਗ ਜਾਣੇ, ਤੇ ਉਸ ਤੋਂ ਪਹਿਲਾਂ ਜਿਹੜੀ ਗਵਰਨਮੈਂਟ ਹੈ ਲਾਸਟ ਟਾਈਮ ਤੇ ਐਗਜ਼ਾਮ ਲੈ ਕੇ ਜਾਏਗੀ ਤੇ ਤੁਹਾਨੂੰ ਜੁਆਇਨਿੰਗ ਲੈਟਰ ਦੇ ਕੇ ਜਾਏਗੀ। ਸਾਰਾ ਕੁਝ, ਸਾਰਾ ਪ੍ਰੋਸੈਸ ਕੰਪਲੀਟ ਕਰਕੇ ਜਾਣਗੇ। ਬਸ ਆਹੀ ਕੁਐਸਚਨ ਸੀਗੇ, ਕੰਪਲੀਟ ਹੋ ਚੁੱਕੇ ਨੇ ਆਪਣੇ ਕਨਸਟੀਟਿਊਸ਼ਨ ਦੇ ਕੁਐਸਚਨ। ਮੋਸਟ ਪ੍ਰੋਬੇਬਲ ਆਪਣਾ ਕੰਪਲੀਟ ਹੈ ਕਨਸਟੀਟਿਊਸ਼ਨ, ਸਾਰਾ ਹੀ ਆਪਾਂ ਕਰ ਲਿਆ, ਚੰਗੀ ਤਰ੍ਹਾਂ ਕਰਿਆ, ਕੁਐਸਚਨ ਵੀ ਕਰ ਲੈਣੇ। ਅਪਰੋਕਸੀਮੇਟ 100 ਕੁ ਕੁਐਸਚਨ ਹੋਣਗੇ ਜਿਹੜੇ ਆਪਾਂ ਕਰੇ ਨੇ। ਠੀਕ ਹੈ, ਇਸ ਤੋਂ ਬਾਹਰ ਨਹੀਂ ਆਉਂਦਾ, ਜਿੰਨਾ ਵੀ ਆਪਾਂ ਕਰਿਆ ਇੰਨਾ ਹੀ ਕਰ ਲਿਓ, ਬਹੁਤ ਹੈ। ਇਸ ਤੋਂ ਬਾਹਰ ਕੋਈ ਵੀ ਕੁਐਸਚਨ ਨਹੀਂ ਆਉਂਦਾ, ਇਹ 101% ਗਰੰਟੀ ਹੈ। ਠੀਕ ਹੈ, PSTET, ETT ਕੈਡਰ ਜਾਂ ਹੋਰ ਵੀ ਜਿਹੜੇ ਨੇ ਐਗਜ਼ਾਮ ਨੇ, ਇੱਥੋਂ ਤੱਕ ਕਿ ਮਾਸਟਰ ਕੇਡਰ ਦਾ ਵੀ ਜਿਹੜਾ ਹੈ, ਇਸ ਤੋਂ ਵੱਧ ਹੈ ਹੀ ਨਹੀਂ ਜਿਹੜਾ ਕਨਸਟੀਟਿਊਸ਼ਨ ਹੈ ਆਪਣਾ। ਮਾਸਟਰ ਕੇਡਰ ਦੇ ਲਈ ਵੀ ਇੰਪੋਰਟੈਂਟ ਹੈ ਇਹ ਵਾਲਾ। ਠੀਕ ਹੈ, ਇਹ ਕੀ ਹੈ, ਕਨਸਟੀਟਿਊਸ਼ਨ ਜਿਹੜਾ ਸੰਵਿਧਾਨ, ਇਹਦੇ ਵਿੱਚੋਂ ਇੱਕ ਕੁਐਸਚਨ ਜ਼ਰੂਰ ਬਣਦਾ ਹੁੰਦਾ, 1-2 ਕੁਐਸਚਨ ਨੇ ਜਿਹੜੇ ਜ਼ਰੂਰ ਬਣਦੇ ਨੇ। ਠੀਕ ਹੈ, ਤੇ ਇਹਨੂੰ ਚੰਗੀ ਤਰ੍ਹਾਂ ਪੜ੍ਹ ਲਿਓ ਤੇ ਰਿਵਾਈਜ਼ ਕਰ ਲਿਓ। ਇਸ ਤੋਂ ਬਾਅਦ ਨੇ ਜਿਹੜੀਆਂ ਕਲਾਸਾਂ ਉਹ ਤੁਹਾਡੀਆਂ ਸਾਰੀਆਂ ਪੇਡ ਵਾਲਿਆਂ ਨੂੰ ਹੀ ਮਿਲਣਗੀਆਂ, ਬਾਕੀ ਆਲ ਚੈਪਟਰ ਨੇ ਜਿਹੜੇ ਪੇਡ ਵਾਲਿਆਂ ਲਈ ਹੋਣਗੇ। ਇਹ ਆਪਣਾ ਲਾਸਟ ਸੀਗਾ YouTube ਤੇ, ਮਿਲਦੇ ਰਹਾਂਗੇ ਆਪਾਂ YouTube ਤੇ ਕਦੇ ਕਦੇ। ਠੀਕ ਹੈ, ਥੈਂਕ ਯੂ ਜੀ। PDF ਰਾਜੇ ਤੁਹਾਨੂੰ ਐਪ ਦੇ ਵਿੱਚ ਮਿਲ ਜਾਏਗੀ,
PDF ਐਪ ਡਾਊਨਲੋਡ ਕਰ ਲਿਆ ਤੇ ਉਹਦੇ ਵਿੱਚ ਅਪਲੋਡ ਕਰ ਦਿਆਂਗੇ ਕੁਐਸਚਨਾਂ ਦੀ ਵੀ ਐਂਡ ਫਸਟ ਚੈਪਟਰ ਦੀ ਵੀ। ਨੈਕਸਟ ਟੌਪਿਕ ਹੈ ਪੇਡ ਵਾਲਿਆਂ ਲਈ ਹੋਏਗਾ, ਜਿਹੜਾ ਵੀ ਨੈਕਸਟ ਟੌਪਿਕ ਹੈ ਰਾਜੇ ਪੇਡ ਵਾਲਿਆਂ ਲਈ ਹੋਏਗਾ। ਜਿਹੜਾ ਨੈਕਸਟ ਟੌਪਿਕ ਹੈ ਆਪਣਾ ਉਹ ਹੋਏਗਾ ਯੂਨੀਅਨ ਐਗਜ਼ੀਕਿਊਟਿਵ ਬਾਰੇ ਯੂਨੀਅਨ ਐਗਜ਼ੀਕਿਊਟਿਵ ਨਹੀਂ, ਆਪਾਂ ਪਾਰਟ 1 ਤੋਂ ਸਟਾਰਟ ਕਰਾਂਗੇ ਨੈਕਸਟ ਟੌਪਿਕ। ਪਾਰਟ 1 ਯੂਨੀਅਨ ਐਂਡ ਇਟਸ ਟੈਰੀਟਰੀ, ਉਸ ਤੋਂ ਬਾਅਦ ਪਾਰਟ 2 ਆ ਜਾਏਗਾ, ਫਿਰ ਪਾਰਟ 3। ਆਪਾਂ ਹੁਣ ਕੀ ਹੈ ਪਾਰਟ ਵਾਈਜ਼ ਚੱਲਾਂਗੇ, ਜਿਹੜੇ 22 ਪਾਰਟ ਨੇ ਉਹਦੇ ਵਿੱਚੋਂ ਜਿਹੜੇ ਮੋਸਟ ਇੰਪੋਰਟੈਂਟ ਨੇ ਉਹ ਵਾਲੇ ਆਪਾਂ ਕਰਾਂਗੇ। ਤੇ ਸਾਰੇ ਬੱਚੇ ਜੇਕਰ ਵੀਡੀਓ ਲੈਕਚਰ ਵਧੀਆ ਲੱਗੇ ਤਾਂ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ, ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਜੇਕਰ ਵੀਡੀਓ ਅੱਛੀ ਲੱਗੀ ਹੋਏ ਤੇ ਕਮੈਂਟ ਕਰਕੇ ਵੀ ਦੱਸਣਾ, ਠੀਕ ਹੈ। ਆਈ ਹੋਪ ਕਿ ਜਿੰਨਾ ਵੀ ਆਪਾਂ ਕਰਿਆ ਤੁਹਾਨੂੰ ਸਮਝ ਲੱਗਿਆ ਹੋਵੇਗਾ। ਥੈਂਕ ਯੂ ਜੀ।